ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਵਾਅਦਿਆਂ ਨੂੰ ਲੈ ਕੇ ਤੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਜ਼ਰੂਰ ਹੋ ਜਾਓਗੇ। ਕਿਉਂ ਹੈਰਾਨ ਹੋਵੋਗੇ ਇਹ ਵੀ ਤੁਹਾਨੂੰ ਦੱਸਾਂਗੇ ਤੇ ਬਿਆਨ ਕੀ ਹੈ ਇਹ ਵੀ ਤੁਹਾਨੂੰ ਦੱਸਾਂਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਬਹਿਬਲ ਕਲਾਂ ਗੋਲੀकांड ਦੇ ਵਿੱਚ ਸ਼ਹੀਦ ਹੋਏ ਦੋ ਸਿੰਘਾਂ ਦੇ ਪਰਿਵਾਰਾਂ ਦੇ ਵੱਲੋਂ ਇਨਸਾਫ ਨਾ ਮਿਲਣ ਕਰਕੇ ਦੁਖੀ ਹੋ ਕੇ ਲੀਡਰਾਂ ਤੇ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ, ਵੱਡਾ ਐਲਾਨ ਕੀਤਾ ਹੈ। ਕੀ ਕੁਝ ਕਹਿੰਦਾ ਇਹਨੇ ਪੀੜਤ ਪਰਿਵਾਰ ਉਹ ਵੀ ਤੁਹਾਨੂੰ ਦੱਸਾਂਗੇ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਹਰਸਿਮਰਤ ਕੌਰ ਦੀ ਅਗਵਾਈ ਦੇ ਵਿੱਚ ਕੁਝ ਸੰਸਦ ਮੈਂਬਰਾਂ ਨੇ ਨਵੇਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ। ਕਿਉਂ ਦੋਹਰਾ ਸਟੈਂਡਰਡ ਅਪਣਾਇਆ ਜਾ ਰਿਹਾ, ਦੋਹਰਾ ਮਾਪਦੰਡ ਅਪਣਾਇਆ ਜਾ ਰਿਹਾ ਅਕਾਲੀ ਦਲ ਦੇ ਵੱਲੋਂ, ਕਿਉਂਕਿ ਪਹਿਲਾਂ ਉਹੀ ਅਕਾਲੀ ਦਲ ਹੈ ਜਿਹੜਾ ਇਹਨਾਂ ਖੇਤੀ ਕਾਨੂੰਨਾਂ ਦੀ ਸਪੋਰਟ ਕਰਦਾ ਸੀ ਤੇ ਅੱਜ ਨਾਟਕ ਕਰ ਕਰਕੇ ਵਿਰੋਧ ਕਰ ਰਿਹਾ ਹੈ। ਇਹ ਵੀ ਤੁਹਾਨੂੰ ਦੱਸਾਂਗੇ ਕਿ ਦੋਹਰਾ ਮਾਪਦੰਡ ਅਪਣਾਇਆ ਕਿਉਂ ਜਾ ਰਿਹਾ ਹੈ, ਕਿ ਅਕਾਲੀ ਦਲ ਨੂੰ ਇਸ ਚੀਜ਼ ਦਾ ਕੋਈ ਫਾਇਦਾ ਹੋਵੇਗਾ ਜਾਂ ਨਹੀਂ, ਕਿ ਲੋਕ ਸਮਝ ਚੁੱਕੇ ਨੇ ਕਿ ਅਕਾਲੀ ਦਲ ਨਾਟਕ ਕਰ ਰਿਹਾ ਹੈ। ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਅਸਾਮ ਦੇ ਮੁੱਖ ਮੰਤਰੀ ਦੇ ਉੱਪਰ ਮਿਜ਼ੋਰਮ ਦੇ ਵਿੱਚ FIR ਦਰਜ ਹੋਈ ਹੈ। ਮੁੱਖ ਮੰਤਰੀ ਤੇ FIR ਦਰਜ ਕਿਉਂ ਹੋਈ ਹੈ ਇਹ ਵੀ ਤੁਹਾਨੂੰ ਦੱਸਾਂਗੇ। ਗੱਲਬਾਤ ਕਰਨੀ ਮੇਰੇ ਨਾਲ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਆਪਾਂ ਸ਼ੁਰੂਆਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ। ਨਵਜੋਤ ਸਿੰਘ ਸਿੱਧੂ ਦੇ ਬਾਰੇ ਜੋ ਕੁਝ ਉਹਨਾਂ ਨੇ ਕੱਲ ਬਿਆਨ ਦਿੱਤੇ ਨੇ ਉਹ ਆਪਾਂ ਕੱਲ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ, ਰਾਤ ਦੇ ਪ੍ਰੋਗਰਾਮ ਦੇ ਵਿੱਚ ਦੱਸ ਦਿੱਤੇ ਸੀ। ਪਰ ਨਵੀਂ ਗੱਲ ਇਹ ਸਾਹਮਣੇ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ 93% ਵਾਅਦੇ ਜਿਹੜੇ ਆ ਉਹ ਪੂਰੇ ਹੋ ਚੁੱਕੇ ਨੇ। ਪਹਿਲਾਂ ਉਹਨਾਂ ਨੇ 86% ਕਿਹਾ ਸੀ, ਲੋਕੀ ਵਿਰੋਧ ਕਰਨ ਲੱਗੇ ਕਿ ਭਾਈ 86% ਕਿੱਥੇ। ਹੁਣ ਅੰਕੜਾ ਕੈਪਟਨ ਅਮਰਿੰਦਰ ਸਿੰਘ ਨੇ ਸਹੀ ਕੀਤਾ। ਆਪਾਂ ਨੂੰ ਉਮੀਦ ਸੀ ਕਿ 86% ਦਾ ਵਿਰੋਧ ਹੋਇਆ ਕਰਕੇ ਕੈਪਟਨ ਨੇ ਅੰਕੜਾ ਸਹੀ ਕੀਤਾ ਹੋਊ ਤੇ ਅੰਕੜਾ ਘਟਾ ਲਿਆ ਹੋਊ ਵਾਅਦਿਆਂ ਦਾ, ਪਰ ਇਹਨਾਂ ਨੇ ਤਾਂ ਸਗੋਂ ਦੀ 7% ਹੋਰ ਵਧਾ ਦਿੱਤਾ, 93% ਦੱਸਤਾ। ਤੇ ਉਧਰ ਨਾ ਤਾਂ ਇਹਨਾਂ ਦਾ ਆਪਣਾ ਕੇਡਰ ਪੰਜਾਬ ਵਾਲਾ ਕਾਂਗਰਸ ਦਾ ਲੀਡਰ ਜਿਹੜੇ ਆ ਤੇ ਨਾ ਹੀ ਉੱਥੋਂ ਵਾਲੇ ਸੈਂਟਰ ਵਾਲੇ ਉਹ ਵੀ ਨਹੀਂ ਮੰਨ ਰਹੇ ਕਿ ਇੰਨੇ % ਵਾਅਦੇ ਪੂਰੇ ਹੋਏ। ਪਰ ਕੈਪਟਨ ਅਮਰਿੰਦਰ ਸਿੰਘ ਇਹ ਅੰਕੜਾ ਕਿੱਥੋਂ ਲਿਆਏ ਕਿ 93% ਵਾਅਦੇ ਪੂਰੇ ਹੋ ਗਏ। ਲੋਕੀ ਤਾਂ ਕਹਿੰਦੇ ਕਿ 93 ਤਾਂ ਛੱਡੋ, ਇਹ 7% ਜਿਹੜੇ ਵਾਅਦੇ ਆ ਇਹ ਕਹਿ ਰਹੇ ਕਿ 7% ਵੀ ਪੂਰੇ ਨਹੀਂ ਹੋਏ। ਇਹ ਕਹਿੰਦੇ ਰਹਿ ਹੀ 7% ਕੇ। ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ, ਕੈਪਟਨ ਸਾਹਿਬ ਦਾ ਇਹ ਬਿਆਨ ਜਿਵੇਂ ਤੁਸੀਂ ਕਹਿੰਦੇ ਹੋ ਕਿ ਹੈਰਾਨ ਕਰਨ ਵਾਲਾ, ਮੈਨੂੰ ਲੱਗਦਾ ਕਿ ਇਕੱਲਾ ਹੈਰਾਨ ਨਹੀਂ ਕਰ ਰਿਹਾ, ਇਹ ਪਰੇਸ਼ਾਨ ਵੀ ਕਰ ਰਿਹਾ ਹੈ। ਕਿਉਂਕਿ ਇਦਾਂ ਦੇ ਝੂਠ, ਜਿਸ ਕਿਸਮ ਦੇ ਝੂਠਾਂ ਤੇ ਝੂਠ, ਇੱਕ ਤੋਂ ਬਾਅਦ ਦੂਜਾ ਝੂਠ, ਜਿਹੜਾ ਆਪਾਂ ਕਹਿੰਦੇ ਵੀ ਇੱਕ ਝੂਠ ਨੂੰ ਛੁਪਾਉਣ ਦੇ ਲਈ 100 ਝੂਠ ਤੁਹਾਨੂੰ ਬੋਲਣਾ ਪੈਂਦਾ, ਇਹ ਇਕੱਲੇ 100 ਝੂਠ ਨਹੀਂ, ਮੈਨੂੰ ਲੱਗਦਾ ਹਜ਼ਾਰਾਂ ਝੂਠ ਬੋਲੇ ਜਾ ਰਹੇ ਨੇ। ਸੋ ਇੱਕ ਪਾਸੇ ਕੈਪਟਨ ਸਾਹਿਬ ਕਹਿ ਰਹੇ ਨੇ ਕਿ 93% ਵਾਅਦੇ ਪੂਰੇ ਕਰਤੇ। ਆਪਾਂ ਨੂੰ ਇਹ ਗੱਲ ਪੁੱਛਣੀ ਚਾਹੀਦੀ ਹੈ ਕਿ ਤੁਸੀਂ 93% ਤਾਂ ਛੱਡੋ, ਜਿਹੜੇ 5 ਵਾਅਦੇ ਇਹਨਾਂ ਨੇ ਯਾਦ ਕਰਾਏ ਸੀ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨਾਂ ਦੇ ਵਿੱਚ, 5 ਮੁੱਦੇ ਇਹਨਾਂ ਨੂੰ ਦੇ ਕੇ ਆਏ ਸੀਗੇ, ਤੁਸੀਂ ਉਹੀ ਪਹਿਲਾਂ ਪੂਰੇ ਕਰ ਦਿਓ, ਜਿਹਦੇ ਵਿੱਚ ਆਪਾਂ ਨੂੰ ਵੀ ਪਤਾ ਹੈ ਕਿ ਵੱਡੇ ਵੱਡੇ ਜਿਹੜੇ ਮੁੱਦੇ ਸੀਗੇ, ਖਾਸ ਤੌਰ ਤੇ ਬਿਜਲੀ ਦਾ ਜਿਹੜੇ ਸੀਗੇ, ਜਿਹੜੇ ਸਮਝੌਤੇ ਹੋਏ ਸੀਗੇ ਉਹਨਾਂ ਨੂੰ ਰੱਦ ਕਰਾਉਣਾ, ਕਿਸਾਨੀ ਦਾ ਮੁੱਦਾ ਹੱਲ ਕਰਨਾ, ਇਸੇ ਤਰ੍ਹਾਂ ਜਿਹੜੇ ਆਮ ਲੋਕ ਜਿਹੜੇ ਨੇ, ਕਰਮਚਾਰੀ ਹੋਣ ਜਾਂ ਕੋਈ ਹੋਰ ਜਿਹੜੇ ਲੋਕ ਬੈਠੇ ਨੇ ਧਰਨਿਆਂ ਦੇ ਉੱਤੇ, ਉਹਨਾਂ ਦੀਆਂ ਗੱਲਾਂ ਸੁਣੀਆਂ ਜਾਣੀਆਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ 5 ਵਾਅਦੇ ਜਿਹੜੇ ਨਵਜੋਤ ਸਿੰਘ ਸਿੱਧੂ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਸਾਹਿਬ ਦੇ ਹੱਥ ਤੇ ਧਰ ਕੇ ਆਏ ਸੀਗੇ, ਆਹ ਤੁਸੀਂ ਕਰਨੇ ਆ, ਔਰ ਉਹਦੇ ਵਿੱਚ ਇਕੱਲੇ ਨਵਜੋਤ ਸਿੰਘ ਸਿੱਧੂ ਸ਼ਾਮਲ ਨਹੀਂ ਸੀ ਹੋਏ, ਸਗੋਂ 4 ਹੋਰ ਜਿਹੜੇ ਦੂਜੇ ਕਾਰਜਕਾਰੀ ਪ੍ਰਧਾਨ ਹੈ ਉਹ ਵੀ ਸ਼ਾਮਲ ਹੋਏ ਸੀਗੇ। ਔਰ ਸਾਰਿਆਂ ਦੇ ਸਾਹਮਣੇ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਇਹਨਾਂ ਵਾਅਦਿਆਂ ਨੂੰ ਮੈਂ ਪੂਰਾ ਕਰਾਂਗਾ। ਚਲੋ ਆਪਾਂ ਕਹਿੰਦੇ ਆ ਕਿ ਜੇ ਉਹ 93% ਵਾਅਦੇ ਕਹਿ ਰਹੇ ਨੇ, ਪਰ ਉਹ ਘੱਟੋ ਘੱਟ 5 ਵਾਅਦੇ ਹੀ ਪੂਰੇ ਕਰ ਦੇਣ ਤਾਂ ਵੀ ਜਿਹੜੇ ਨੇ ਲੋਕ ਇਹ ਸੁੱਖ ਦਾ ਸਾਹ ਲੈਣਗੇ ਕਿ ਕੈਪਟਨ ਸਾਹਿਬ ਕੁਝ ਹਰਕਤ ਵਿੱਚ ਤਾਂ ਆਏ ਨੇ ਨਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਦੇ ਰਾਹੀਂ ਲਗਾਤਾਰ ਸ਼ੁਰੂ ਤੋਂ ਲੈ ਕੇ 4.5 ਸਾਲ ਤੋਂ ਲੈ ਕੇ ਅੱਜ ਤੱਕ ਇੱਕ ਤੇ ਇੱਕ ਝੂਠ ਬੋਲਿਆ ਜਾ ਰਿਹਾ ਹੈ ਔਰ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੇ ਉਹ ਕਹਿੰਦੇ ਨੇ ਕਿ 83%, 85% ਕਰਤੇ, ਹੁਣ ਉਹ 93 ਤੇ ਆ ਗਏ ਨੇ। ਸੋ ਹੌਲੀ ਹੌਲੀ ਕਹਿਣਗੇ ਕਿ ਅਸੀਂ 100 ਤੋਂ ਵੀ ਟੱਪ ਗਏ ਔਰ ਜਿਹੜੀ ਅਗਲੀ ਸਰਕਾਰ ਸਾਡੀ ਬਣਨੀ ਹੈ ਔਰ ਉਹਦੇ ਵਾਅਦੇ ਵੀ ਅਸੀਂ ਪਹਿਲਾਂ ਹੀ ਪੂਰੇ ਕਰਤੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਏਦਾਂ ਝੂਠ ਨਾ ਬੋਲਿਆ ਜਾਵੇ, ਲੋਕਾਂ ਨੂੰ ਜਿਹੜਾ ਹੈਗਾ ਸੱਚੀ ਮੁੱਚੀ ਪ੍ਰੈਕਟੀਕਲ ਕੀ ਹੋ ਰਿਹਾ ਹੈ ਉਹਦੇ ਉੱਤੇ ਗੱਲ ਕੀਤੀ ਜਾਏ। ਜਿਵੇਂ ਜਿਸ ਤਰ੍ਹਾਂ ਦੇ ਵਾਅਦੇ ਇਹਨਾਂ ਨੇ ਕੀਤੇ ਨੇ, ਉਸੇ ਤਰ੍ਹਾਂ ਦੀ ਜਿਹੜੀ ਮੋਦੀ ਸਰਕਾਰ ਹੈ
ਆਪਾਂ ਨੂੰ ਵੀ ਪਤਾ ਹੈ ਉਹਨੇ ਵੀ ਕਿਸੇ ਵੇਲੇ ਵਾਅਦੇ ਕੀਤੇ ਸੀਗੇ ਕਿ 15-15 ਲੱਖ ਤੁਹਾਡੇ ਖਾਤਿਆਂ 'ਚ ਭੇਜਾਂਗੇ ਔਰ 2 ਕਰੋੜ ਨੌਕਰੀਆਂ ਦੇਵਾਂਗੇ, ਅਸੀਂ ਇਹ ਕਰਾਂਗੇ ਉਹ ਕਰਾਂਗੇ। ਮਤਲਬ ਜੁਮਲੇਬਾਜ਼ੀ ਜਿਹੜੀ ਹੈਗੀ ਹੈ ਉਸ ਤਰ੍ਹਾਂ ਦੀ ਸਿਆਸਤ ਕੀਤੀ ਜਾ ਰਹੀ ਹੈ। ਉੱਥੋਂ ਹੀ ਮੈਨੂੰ ਲੱਗਦਾ ਕਿ ਸਿੱਖ ਰਹੇ ਨੇ ਮੋਦੀ ਸਾਹਿਬ ਤੋਂ ਹੀ ਕੈਪਟਨ ਸਾਹਿਬ, ਔਰ ਉਸ ਤਰ੍ਹਾਂ ਦੇ ਝੂਠ ਜਿਵੇਂ ਉਹਨਾਂ ਨੇ ਸ਼ੁਰੂ ਕੀਤੇ ਸੀਗੇ ਮੋਦੀ ਸਾਹਿਬ ਨੇ ਬੋਲਣੇ, ਉਸ ਤਰ੍ਹਾਂ ਦੇ ਹੁਣ ਕੈਪਟਨ ਸਾਹਿਬ ਨੇ ਸ਼ੁਰੂ ਕੀਤੇ ਹੋਏ ਨੇ। ਸੋ ਇਦਾਂ ਹੀ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ। ਕੈਪਟਨ ਸਾਹਿਬ ਨੂੰ ਲੱਗਦਾ ਹੈ ਕਿ ਇਦਾਂ ਮੈਂ ਲੋਕਾਂ ਨੂੰ ਭਰਮਾ ਕੇ, ਲੋਕਾਂ ਨੂੰ ਇਦਾਂ ਦੱਸ ਕੇ ਕਿ ਮੇਰੇ ਵਾਅਦੇ ਪੂਰੇ ਹੋ ਗਏ, ਮੈਂ ਆਪਣੀਆਂ ਐਡਸ ਟੀਵੀ ਦੇ ਉੱਤੇ ਕਰਕੇ, ਅਖਬਾਰਾਂ ਦੇ ਵਿੱਚ ਐਡ ਦੇ ਕੇ ਆਪਣੀ ਜਿਹੜੀ ਹੈਗੀ ਹੈ 22 ਦੇ ਵਿੱਚ ਜਿਹੜੀ ਛਵੀ ਹੈ ਉਹ ਦੁਬਾਰਾ ਕਾਇਮ ਕਰ ਲਾਂਗਾ ਔਰ ਦੁਬਾਰਾ ਅਸੀਂ ਸਰਕਾਰ ਬਣਾ ਲਾਂਗੇ। ਇਹ ਬਹੁਤ ਵੱਡਾ ਮੈਨੂੰ ਲੱਗਦਾ ਕਿ ਭੁਲੇਖਾ ਇਸ ਵੇਲੇ ਕੈਪਟਨ ਸਾਹਿਬ ਨੇ ਸਿਰਜਿਆ ਹੋਇਆ ਹੈ। ਜਿਵੇਂ ਉਹਨਾਂ ਨੂੰ ਲੱਗਦਾ ਸੀਗਾ ਕਿ ਮੇਰੀ ਅਜੇ ਤਾਕਤ ਬਹੁਤ ਹੈ ਮੇਰੇ ਵਿੱਚ, ਮੈਂ ਨਵਜੋਤ ਸਿੰਘ ਸਿੱਧੂ ਨੂੰ ਉਲਟਾ ਦਾਂਗਾ, ਉਹੀ ਭੁਲੇਖਾ ਜਿਹੜਾ ਹੈਗਾ ਇਸ ਵੇਲੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਦੁਬਾਰਾ ਜਿਹੜਾ ਹੈਗਾ, ਉਹਨਾਂ ਨੇ ਜਿਹੜੇ ਬੈਨਰ ਲਗਾਏ ਨੇ ਕਿ ਸਭ ਦਾ ਸਾਂਝਾ ਨਾਰਾ ਕੈਪਟਨ ਦੁਬਾਰਾ, ਕਿ ਇਦਾਂ ਦੇ ਝੂਠ ਬੋਲ ਕੇ, ਇਦਾਂ ਦੇ ਲੋਕਾਂ ਨੂੰ ਬੁੱਧੂ ਬਣਾ ਕੇ, ਇਦਾਂ ਇਹ ਦੱਸ ਕੇ ਕਿ ਅਸੀਂ ਸਾਰੇ ਵਾਅਦੇ ਪੂਰੇ ਕਰ ਚੁੱਕੇ ਹਾਂ, ਘਰ ਘਰ ਨੌਕਰੀ ਦਾ ਵਾਅਦਾ ਵੀ ਪੂਰਾ ਕਰ ਚੁੱਕੇ ਹਾਂ, ਇਸੇ ਤਰ੍ਹਾਂ ਕਿਸਾਨੀ ਦਾ ਕਰਜ਼ਾ ਮਾਫ ਅਸੀਂ ਕਰ ਚੁੱਕੇ ਹਾਂ, ਇਸੇ ਤਰ੍ਹਾਂ ਬਰਗਾੜੀ ਕਾਂਡ ਦੇ ਮਸਲਾ ਹੱਲ ਕਰ ਚੁੱਕੇ ਹਾਂ। ਸੋ ਇਹ ਸਾਰੇ ਵਾਅਦੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਹੱਲ ਕਰਤੇ। ਸੁਪਨਿਆਂ ਦੇ ਵਿੱਚ ਜੀ ਰਹੇ ਨੇ ਉਹ, ਕਿਸੇ ਖਾਬਾਂ ਦੇ ਵਿੱਚ ਚੱਲ ਰਿਹਾ ਉਹਨਾਂ ਦਾ ਇਸ ਵੇਲੇ ਸਾਰਾ ਕੁਝ। ਸੋ ਉਹਨਾਂ ਨੂੰ ਹਕੀਕਤ ਦੇ ਉੱਤੇ, ਧਰਤੀ ਦੇ ਉੱਤੇ ਆਉਣਾ ਚਾਹੀਦਾ ਹੈ ਔਰ ਜ਼ਮੀਨੀ ਪੱਧਰ ਦੇ ਉੱਤੇ ਲੋਕਾਂ ਦੇ ਨਾਲ ਜੁੜਨਾ ਚਾਹੀਦਾ ਹੈ, ਲੋਕਾਂ ਦੇ ਵਿੱਚ ਜਾਣਾ ਚਾਹੀਦਾ ਹੈ। ਪੰਜਾਬ ਦੇ ਲੋਕ ਇਸ ਵੇਲੇ ਤਰਾਹ ਕਰ ਰਹੇ ਨੇ ਔਰ ਪੰਜਾਬ ਦੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਵਾਪਰਿਆ ਜਦੋਂ ਪੰਜਾਬ ਦਾ ਮੁੱਖ ਮੰਤਰੀ 4.5 ਸਾਲਾਂ ਤੋਂ ਪੰਜਾਬ ਦੇ ਵਿੱਚ 4 ਵਾਰੀ ਵੀ ਜਿਹੜਾ ਹੈਗਾ ਗੇੜਾ ਮਾਰਨ ਨਾ ਆਇਆ ਹੋਵੇ। ਇਹ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ, ਇਹ ਕੋਈ ਆਮ ਘਟਨਾ ਨਹੀਂ ਹੈ, ਇਹ ਬਿਲਕੁਲ ਇੱਕ ਖਾਸ ਤਰ੍ਹਾਂ ਦੀ ਘਟਨਾ ਹੈ ਔਰ ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੈਪਟਨ ਸਾਹਿਬ ਲਗਾਤਾਰ 4.5 ਸਾਲ ਸੁਸ਼ਮਾ ਫਾਰਮ ਦੇ ਵਿੱਚ ਬੈਠੇ ਰਹੇ ਨੇ ਔਰ ਜਦੋਂ ਜਿਹੜੇ ਕੈਪਟਨ ਸਾਹਿਬ ਇਹ ਕਹਿੰਦੇ ਸੀਗੇ ਕਿ ਇਹ ਮੈਨੂੰ ਆਖਰੀ ਮੌਕਾ ਤੁਸੀਂ ਦੇਣਾ ਹੈ, 4.5 ਸਾਲ ਪਹਿਲਾਂ ਮੈਂ ਆਖਰੀ ਵਾਰੀ ਮੁੱਖ ਮੰਤਰੀ ਬਣ ਰਿਹਾ, ਹੁਣ ਉਹ ਦੁਬਾਰਾ ਇਦਾਂ ਦੀ ਤਿਆਰੀ ਕਸੀ ਫਿਰਦੇ ਨੇ ਕਿ ਮੈਨੂੰ ਦੁਬਾਰਾ ਜਿਹੜਾ ਹੈਗਾ ਮੁੱਖ ਮੰਤਰੀ ਦਾ ਚਿਹਰਾ ਬਣਾਓ। ਸੋ ਉੱਥੋਂ ਸਾਨੂੰ ਲੱਗ ਰਿਹਾ ਹੈ ਕਿ ਉਸ ਕੰਮ ਦੇ ਲਈ ਦੁਬਾਰਾ ਮੁੱਖ ਮੰਤਰੀ ਸੱਤਾ ਦੇ ਵਿੱਚ ਆਉਣ ਦੇ ਲਈ ਇਦਾਂ ਦੇ ਇੱਕ ਤੋਂ ਬਾਅਦ ਦੂਜਾ ਜਿਹੜਾ ਝੂਠ ਤੇ ਝੂਠ ਬੋਲ ਰਹੇ ਨੇ। ਸੋ ਇਦਾਂ ਦੀ ਕੋਸ਼ਿਸ਼ ਕਰ ਰਹੇ ਨੇ। ਲੱਗਦਾ ਕਿ ਕੈਪਟਨ ਦੇ ਇਹਨਾਂ ਵਾਅਦਿਆਂ ਦੇ ਭੁਲੇਖੇ ਦੇ ਵਿੱਚ ਲੋਕ ਹੁਣ ਆਉਣ ਵਾਲੇ ਹੈਗੇ ਆ। ਬਿਲਕੁਲ, ਦੇਖੋ ਇਹ ਕਿਸੇ ਵੇਲੇ 17 ਦੇ ਵਿੱਚ ਉਹਨਾਂ ਨੇ ਭੁਲੇਖਾ ਜਿਹੜਾ ਸੀਗਾ ਖਾ ਲਿਆ ਸੀਗਾ। ਆਪਾਂ ਨੂੰ ਪਤਾ ਹੈ ਕਿ ਲੋਕਾਂ ਨੇ ਇੱਕ ਵਾਰੀ ਉਹਨਾਂ ਨੂੰ ਮੌਕਾ ਦਿੱਤਾ ਸੀਗਾ, ਉਹਨਾਂ ਦੇ ਚੁੰਗਲ ਦੇ ਵਿੱਚ ਜ਼ਰੂਰ ਫਸ ਗਏ ਸੀਗੇ ਔਰ ਬਾਅਦ ਦੇ ਵਿੱਚ 19 ਤੱਕ ਉਹ ਫਸੇ ਰਹੇ। 19 ਤੱਕ ਵੀ ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਹਜੇ ਵੀ ਸਮਾਂ ਪਿਆ, ਹਜੇ ਵੀ ਕੈਪਟਨ ਸਾਹਿਬ ਕੋਈ ਨਾ ਕੋਈ ਵਾਅਦਾ ਸਾਡਾ ਪੂਰਾ ਕਰਨਗੇ। ਪਰ 19 ਤੱਕ ਵੀ ਜਦੋਂ ਲੋਕਾਂ ਦੀ ਜਿਹੜੀ ਹੈਗੀ ਆ ਸੁਪਨੇ ਪੂਰੇ ਨਹੀਂ ਹੋਏ, ਲੋਕਾਂ ਦੇ ਵਾਅਦੇ ਪੂਰੇ ਨਹੀਂ ਹੋਏ, ਤਾਂ ਹੁਣ ਲੋਕਾਂ ਨੂੰ ਇਸ ਵੇਲੇ ਇਹ ਲੱਗ ਰਿਹਾ ਹੈ ਕਿ ਹੁਣ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀ। ਹੁਣ ਤਾਂ ਸਗੋਂ ਇਹਨਾਂ ਦਾ ਚਿਹਰਾ ਜਿਹੜਾ ਹੈਗਾ ਜਿੰਨੀ ਛੇਤੀ ਬਦਲਿਆ ਜਾਏਗਾ ਉਨੀ ਛੇਤੀ ਆਪਾਂ ਨੂੰ ਪਤਾ ਹੈ ਕਿ ਚਾਹੇ ਆਮ ਲੋਕ ਹੋਣ ਪੰਜਾਬ ਦੇ, ਚਾਹੇ ਪੰਜਾਬ ਦੀ ਕਾਂਗਰਸ ਦੇ ਆਮ ਵਲੰਟੀਅਰ ਹੋਣ, ਚਾਹੇ ਆਮ ਵਿਧਾਇਕ ਹੋਣ, ਚਾਹੇ ਇੱਥੋਂ ਤੱਕ ਕਿ ਕੈਬਨਿਟ ਮੰਤਰੀ ਹੋਣ, ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਕੈਪਟਨ ਸਾਹਿਬ ਨੇ ਕੋਈ ਵਾਅਦੇ ਪੂਰੇ ਨਹੀਂ ਕੀਤੇ ਔਰ ਕੈਪਟਨ ਸਾਹਿਬ ਨੂੰ ਜੇਕਰ ਅਸੀਂ 22 ਦੇ ਵਿੱਚ ਚਿਹਰੇ ਦੇ ਤੌਰ ਤੇ ਲੈ ਕੇ ਜਾਵਾਂਗੇ ਮੁੱਖ ਮੰਤਰੀ ਦੇ, ਤਾਂ ਲਾਜ਼ਮੀ ਤੌਰ ਤੇ ਪੰਜਾਬ ਦੀ ਕਾਂਗਰਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਇਹ ਇਸ ਵੇਲੇ ਭੁੱਲ ਜਾਣਾ ਚਾਹੀਦਾ ਕਾਂਗਰਸ ਨੂੰ ਕਿ ਜੇਕਰ ਕੈਪਟਨ ਸਾਹਿਬ ਨੂੰ ਚਿਹਰਾ ਬਣਾ ਕੇ 22 ਦੇ ਵਿੱਚ ਜਾਂਦੇ ਨੇ ਮੁੱਖ ਮੰਤਰੀ ਦੇ ਤੌਰ ਤੇ, ਤਾਂ ਲਾਜ਼ਮੀ ਤੌਰ ਤੇ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੁਖਵਿੰਦਰ ਜੀ। ਔਰ ਲੋਕ ਇਸ ਵੇਲੇ ਜਾਣਦੇ ਨੇ, ਬਿਲਕੁਲ ਇਹ ਜਨਤਾ ਜਿਹੜੀ ਹੈਗੀ ਆ ਸਾਰਾ ਕੁਝ ਜਾਣਦੀ ਹੈ ਕਿ ਕਿੰਨੇ ਕੁ ਵਾਅਦੇ ਪੂਰੇ ਹੋਏ ਨੇ, ਕਿੰਨੇ ਕੁ ਨਹੀਂ ਹੋਏ। ਸੋ ਇਸ ਕਰਕੇ ਉਧਰ ਜਿਹੜਾ 2017 ਦੇ ਵਿੱਚ ਸਭ ਤੋਂ ਵੱਡਾ ਵਾਅਦਾ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸਰਕਾਰ ਜਿਹੜੀ ਆ ਸੱਤਾ ਹਾਸਲ ਕਰਕੇ ਆਈ ਸੀ ਬੇਅਦਬੀ ਤੇ ਗੋਲੀकांड ਦੇ ਮਾਮਲਿਆਂ ਦੇ ਵਿੱਚ, ਤਾਂ ਉੱਥੇ ਜਿਹੜੇ ਗੋਲੀकांड ਦੇ ਵਿੱਚ ਮਾਰੇ ਗਏ 2 ਸ਼ਹੀਦ ਜਿਹੜੇ ਹੋਏ ਸੀ ਸਿੰਘ ਉੱਥੇ, ਤਾਂ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ। ਕਹਿੰਦੇ ਕਿ ਦੋਵਾਂ ਸਰਕਾਰਾਂ ਦੇ ਵੱਲੋਂ ਕਮੇਟੀਆਂ ਤੇ ਕਮੇਟੀਆਂ ਬਣਾਈਆਂ ਗਈਆਂ, ਸਿੱਟਾਂ ਤੇ ਸਿੱਟ ਬਣਾਈਆਂ ਗਈਆਂ, ਪਰ ਸਾਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਉਹ ਕਹਿੰਦੇ ਕਿ ਸਾਡੇ ਇਸ ਮੁੱਦੇ ਨੂੰ ਮੁੱਦਾ ਬਣਾ ਕੇ ਇਹਨਾਂ ਨੇ ਸੱਤਾ ਹਾਸਲ ਕਰ ਲਈ ਆ, ਪਰ ਸਾਨੂੰ ਹਾਲੇ ਤੱਕ ਇਨਸਾਫ ਮਿਲਿਆ ਨਹੀਂ ਤੇ ਨਾ ਹੀ ਹਲੇ ਇਨਸਾਫ ਮਿਲਣ ਦੀ ਉਮੀਦ ਕਿਤੋਂ ਲੱਗ ਰਹੀ ਹੈ। ਕਹਿੰਦੇ ਕਿ ਇਹ ਸਾਡੇ ਮੁੱਦਿਆਂ ਨੂੰ ਰਾਜਨੀਤੀ ਦੇ ਲਈ ਵਰਤੀ ਜਾ ਰਹੀ ਹੈ। ਕਹਿੰਦੇ ਕਿ ਹੁਣ ਇਹਨਾਂ ਮੁੱਦਿਆਂ ਤੇ ਰਾਜਨੀਤੀ ਕਰਨ ਵਾਲਿਆਂ ਦਾ ਅਸੀਂ
ਵਿਰੋਧ ਕਰਾਂਗੇ। ਕਿਵੇਂ ਦੇਖਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਪਾਸੇ ਕਹਿ ਰਹੇ ਕਿ ਅਸੀਂ ਵਾਅਦੇ ਪੂਰੇ ਕਰਤੇ, ਦੂਜੇ ਪਾਸੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਵੱਲੋਂ ਹੁਣੇ ਵੱਡਾ ਐਲਾਨ ਕੀਤਾ ਜਾਣਾ, ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦਾ ਰੰਗ ਜਿਹੜਾ ਕਿਸ ਤਰੀਕੇ ਨਾਲ ਬਦਲ ਸਕਦਾ ਇਹਨਾਂ ਮੁੱਦਿਆਂ ਨੂੰ ਲੈ ਕੇ? ਸੁਖਵਿੰਦਰ ਜੀ, ਜੋ ਗੱਲ ਪੀੜਤ ਪਰਿਵਾਰ ਕਹਿ ਰਹੇ ਨੇ ਉਹੀ ਗੱਲ ਆਪਾਂ ਆਪਣੇ ਪ੍ਰੋਗਰਾਮ ਦੇ ਜ਼ਰੀਏ ਬਾਰ-ਬਾਰ ਗੱਲ ਕਰ ਰਹੇ ਹਾਂ ਕਿ ਜਦੋਂ 2 ਸਾਲ ਅਕਾਲੀ ਦਲ ਬੀਜੇਪੀ ਸਰਕਾਰ ਰਹੀ 15 ਤੋਂ ਬਾਅਦ, ਉਦੋਂ ਤੋਂ ਲੈ ਕੇ ਅੱਜ ਤੱਕ ਨਿਰੀ ਜਿਹੜੀ ਹੈਗੀ ਆ ਸਿਆਸਤ ਹੋ ਰਹੀ ਹੈ। ਔਰ ਇੱਕ ਤੋਂ ਬਾਅਦ ਆਪਾਂ ਨੂੰ ਵੀ ਪਤਾ ਹੈ ਕਿ ਕਿਸੇ ਵੇਲੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਿਆ, ਉਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ, ਫਿਰ ਵੱਖ-ਵੱਖ ਸਿੱਟਾਂ ਬਣਦੀਆਂ ਨੇ ਔਰ ਬਾਰ-ਬਾਰ ਸਿੱਟਾਂ ਜਿਹੜੀਆਂ ਨੇ ਉਹ ਬੇਸਿੱਟਾਂ ਰਹਿੰਦੀਆਂ ਨੇ ਔਰ ਨਿਕਲਦਾ ਜਿਹੜਾ ਹੈਗਾ, ਜਿਵੇਂ ਆਪਾਂ ਕਹਿੰਦੇ ਕਿ ਪਾਣੀ 'ਚ ਮਧਾਣੀ ਪਾ ਕੇ ਨਿਕਲਦਾ ਉਹਦੇ ਵਿੱਚੋਂ ਕੱਖ ਨਹੀਂ ਹੈ। ਸੋ ਅੱਜ ਤੱਕ ਉਸ ਪਾਣੀ ਨੂੰ ਰੜਕਿਆ ਜਾ ਰਿਹਾ ਹੈ ਔਰ ਪਾਣੀ ਦੇ ਰਾਹੀਂ ਜਿਵੇਂ ਜਿਹੜੇ ਪੀੜਤ ਪਰਿਵਾਰ ਨੇ ਉਹ ਇਹ ਗੱਲ ਵੀ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਇਸ ਕਾਂਡ ਨੂੰ ਮੁੱਦਾ ਬਣਾ ਕੇ, ਇਸ ਕਾਂਡ ਨੂੰ ਅੱਗੇ ਲਿਆ ਕੇ ਬਾਰ-ਬਾਰ ਜਿਹੜੀ ਹੈਗੀ ਹੈ ਸੱਤਾ, ਇੱਕ ਪਾਰਟੀ ਦੂਜੀ ਸੱਤਾ ਦੇ ਵਿੱਚ ਆਉਣ ਦੇ ਲਈ ਕੋਸ਼ਿਸ਼ ਕਰਦੀ ਹੈ ਔਰ ਜਦੋਂ ਦੂਜੀ ਪਾਰਟੀ ਜਿਹੜੀ ਚਲੀ ਜਾਂਦੀ ਹੈ ਫਿਰ ਦੂਜੀ ਆ ਜਾਂਦੀ ਹੈ। ਸੋ ਇਸ ਕਰਕੇ ਲੋਕਾਂ ਨੂੰ ਬੁੱਧੂ ਨਾ ਬਣਾਇਆ ਜਾਏ। ਜਿਵੇਂ ਆਪਾਂ ਪਹਿਲਾਂ ਵੀ ਕਿਹਾ ਕਿ ਜੇਕਰ ਨੀਤ ਔਰ ਨੀਤੀ ਸਾਫ਼ ਹੁੰਦੀ ਕੈਪਟਨ ਸਾਹਿਬ ਦੀ, ਜਿਹੜੀ ਗੱਲ ਕੈਪਟਨ ਸਾਹਿਬ ਨੇ ਸ਼ੁਰੂ ਦੇ ਵਿੱਚ ਕਹੀ ਸੀ ਅੱਜ ਤੋਂ 4.5 ਸਾਲ ਪਹਿਲਾਂ ਕਿ ਬਰਗਾੜੀ ਕਾਂਡ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਵੀ ਲੋਕਾਂ ਨੇ ਪੱਤਰੇ ਫਾੜੇ ਨੇ ਜਾਂ ਜਿਹੜੇ ਵੀ ਲੋਕਾਂ ਨੇ ਗੋਲੀ ਕਾਂਡ ਦਾ ਉਹ ਜਿਹੜਾ ਮਾਹੌਲ ਬਣਾਇਆ ਜਾਂ ਗੋਲੀ ਕਾਂਡ ਦਾ ਜਿਹੜਾ ਆਰਡਰ ਦਿੱਤਾ ਹੈ, ਉਹਦੇ ਲਈ ਜਿਹੜੇ ਅਸਲੀ ਗੁਨਾਹਗਾਰ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਸਲਾਖਾਂ ਦੇ ਪਿੱਛੇ ਲੈ ਕੇ ਜਾਵਾਂਗੇ। ਪਰ ਹੋਇਆ ਕਿ ਆਪਾਂ ਨੂੰ ਵੀ ਪਤਾ ਹੈ ਕਿ ਕਿਵੇਂ ਗਵਾਹ ਜਿਹੜੇ ਸੀਗੇ ਮੁਕਰਾਏ ਗਏ, ਕਿਵੇਂ ਜਿਹੜੇ ਹੈਗੇ ਸਰਕਾਰੀ ਵਕੀਲਾਂ ਦੇ ਰਾਹੀਂ ਸਾਰਾ ਮੈਨੂਪਲੇਟ ਕੀਤਾ ਗਿਆ ਉਸ ਮਸਲੇ ਨੂੰ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਬਾਰ-ਬਾਰ ਕਹਿੰਦੇ ਆ ਰਹੇ ਨੇ ਕਿ ਭਾਈ ਇਹ ਤਾਂ ਤੁਹਾਨੂੰ ਮਸਲਾ ਹੱਲ ਕਰਨਾ ਹੀ ਪਏਗਾ, ਇਹ ਤਾਂ ਤੁਹਾਨੂੰ ਹਰ ਹਾਲਤ ਦੇ ਵਿੱਚ ਇਸ ਮਸਲੇ ਦੇ ਉੱਤੇ ਤੁਹਾਨੂੰ ਜਿਹੜਾ ਹੈਗਾ ਸਮਝੌਤਾ ਨਹੀਂ ਕਰਨ ਦੇਵਾਂਗੇ ਅਸੀਂ। ਸੋ ਉਹੀ ਗੱਲ ਜਿਹੜੀ ਹੈਗੀ ਹੈ ਇਹ ਗੱਲ ਕਹਿ ਰਹੇ ਨੇ ਪੀੜਤ ਪਰਿਵਾਰ। ਔਰ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਨੂੰ ਵੀ, ਚਾਹੇ ਨਵਜੋਤ ਸਿੰਘ ਸਿੱਧੂ ਨੇ, ਚਾਹੇ ਕੈਪਟਨ ਸਾਹਿਬ ਨੇ, ਚਾਹੇ ਅਕਾਲੀ ਦਲ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਕੋਈ ਵੀ ਕਿਸੇ ਨੂੰ ਵੀ ਬਜਾਏ ਇਹਦੇ ਉੱਤੇ ਸਿਆਸਤ ਕਰਨ ਤੋਂ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਜਿਹੜੀ ਗੱਲ ਕਿਸੇ ਵੇਲੇ ਪ੍ਰਗਟ ਸਿੰਘ ਹੋਰਾਂ ਨੇ ਕੀਤੀ ਸੀਗੀ ਜਾਂ ਜਿਹੜੀ ਗੱਲ ਹੋਰ ਜਿਹੜੀ ਲੋਕ ਕਰ ਰਹੇ ਨੇ ਉਹਨਾਂ ਦੀ ਗੱਲਾਂ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਇਹਨਾਂ ਪੀੜਤ ਪਰਿਵਾਰਾਂ ਦੀਆਂ ਜਿਹੜੀਆਂ ਵੀ ਗੱਲਾਂ ਉਹਨਾਂ ਨੇ ਕੀਤੀਆਂ ਨੇ ਉਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਹਦੇ ਉੱਤੇ ਸਿਆਸਤ ਨਾ ਕਰਕੇ ਮੈਨੂੰ ਲੱਗਦਾ ਕਿ ਇਹਦਾ ਸਿੱਟਾ ਕੱਢਣਾ ਚਾਹੀਦਾ, ਇਹਦਾ ਹੱਲ ਹੋਣਾ ਚਾਹੀਦਾ ਹੈ। ਜਿਹੜੇ ਵੀ ਪੀੜਤ ਲੋਕ, ਜਿਹੜੇ ਵੀ ਸ਼ਹੀਦ ਹੋਏ ਨੇ ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ। ਇਹੀ ਤਾਂ ਜਿਹੜੀ ਹੈਗੀ ਹੈ ਭਾਰਤੀ ਲੋਕਤੰਤਰ ਦੇ ਵਿੱਚ, ਭਾਰਤੀ ਸੰਵਿਧਾਨ ਦੇ ਵਿੱਚ, ਭਾਰਤੀ ਕਾਨੂੰਨ ਦੇ ਵਿੱਚ ਲੋਕਾਂ ਦਾ ਜੋ ਵਿਸ਼ਵਾਸ ਹੈ ਉਹ ਬਣਿਆ ਰਹੇਗਾ। ਜੇਕਰ ਇਹ ਗੱਲਾਂ ਨਹੀਂ ਹੁੰਦੀਆਂ ਤਾਂ ਵਿਸ਼ਵਾਸ ਟੁੱਟੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਇਸ ਕਰਕੇ ਉਸ ਵਿਸ਼ਵਾਸ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ ਔਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਕੈਪਟਨ ਸਾਹਿਬ ਦੀ ਐਜ਼ ਏ ਗ੍ਰਹਿ ਮੰਤਰੀ ਦੇ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਲਾਰੇ ਲਾ ਕੇ ਇਦਾਂ ਦੇ ਲੋਕਾਂ ਨੂੰ ਨਾ ਭਰਮਾਉਣ, ਸਗੋਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨ ਔਰ ਇਹ ਜਿਹੜੇ ਪੀੜਤ ਪਰਿਵਾਰ ਨੇ ਇਹਨਾਂ ਦੀ ਗੱਲ ਸੁਣੀ ਜਾਏ। ਬਿਲਕੁਲ। ਤਾਂ ਉਧਰ ਜੇਕਰ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ ਇੱਕ ਜਿਹੜਾ ਵਫਦ ਸੰਸਦ ਮੈਂਬਰਾਂ ਦਾ ਜਾ ਕੇ ਮਿਲਿਆ ਰਾਸ਼ਟਰਪਤੀ ਨੂੰ 3 ਖੇਤੀ ਕਾਨੂੰਨਾਂ ਦੇ ਖਿਲਾਫ। ਤੁਹਾਨੂੰ ਨਹੀਂ ਕੀ ਲੱਗਦਾ ਕਿ ਇਹ ਉਹੀ ਹਰਸਿਮਰਤ ਕੌਰ ਬਾਦਲ ਹੈ ਜਿਹੜੇ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਕੇਂਦਰੀ ਕੈਬਨਿਟ ਦੇ ਵਿੱਚ ਸੀ ਤੇ ਇਹੀ ਹਰਸਿਮਰਤ ਕੌਰ ਬਾਦਲ ਨੇ ਬਾਦਲ ਪਰਿਵਾਰ ਦੇ ਵਿੱਚੋਂ ਸਭ ਤੋਂ ਪਹਿਲਾਂ ਇਹਨਾਂ ਖੇਤੀ ਕਾਨੂੰਨਾਂ ਦੀ ਸਪੋਰਟ ਕੀਤੀ ਸੀ ਤੇ ਅੱਜ ਨਾਟਕ ਕਰ ਦਿਖਾਉਂਦੇ ਆ, ਅੱਜ ਨਾਟਕ ਕਰਕੇ ਕਹਿੰਦੇ ਆ ਕਿ ਅਸੀਂ ਜੀ ਗਠਜੋੜ ਤੋੜਤਾ, ਅਸੀਂ ਕੇਂਦਰੀ ਮੰਤਰੀ ਦੀ ਲੋਕਾਂ ਲਈ ਕੁਰਸੀ ਛੱਡ ਦਿੱਤੀ। ਉਹ ਕਿਵੇਂ ਦੇਖਦੇ, ਇਹ ਗੱਲ ਕਿਉਂ ਨਹੀਂ ਸਮਝਦੇ ਕਿ ਤੁਸੀਂ ਕੁਰਸੀ ਛੱਡ ਕੇ ਕੋਈ ਆਸਾਨ ਥੋੜੀ ਕੀਤਾ, ਦਵਾਈ ਵੀ ਤਾਂ ਕੁਰਸੀ ਲੋਕਾਂ ਨੇ ਸੀਗੀ ਤੁਹਾਨੂੰ, ਤਾਂ ਫਿਰ ਜੇ ਛੱਡਤੀ ਤਾਂ ਫਿਰ ਕਿੱਡੀ ਕੀ ਗੱਲ ਹੈ। ਨਾਲੇ ਕੁਰਸੀ ਲੋਕ ਤਾਂ ਇਹ ਗੱਲ ਕਹਿ ਰਹੇ ਆ ਕਿ ਇਹ ਡਰਾਮਿਆਂ ਲਈ ਛੱਡੀ ਹੈ ਤੇ ਡਰਾਮੇ ਕਰ ਜਿਹੜੇ ਰਿਹਾ ਅਕਾਲੀ ਦਲ ਇੱਕ ਪਾਸੇ ਸਪੋਰਟ ਕੀਤੀ, ਦੂਜੇ ਪਾਸੇ ਉਹਨਾਂ ਵਿਰੋਧ ਕਰ ਰਿਹਾ ਲੋਕਾਂ ਦੇ ਵਿਰੋਧ ਨੂੰ ਦੇਖ ਕੇ ਕਿਵੇਂ ਦੇਖਦੇ ਹੋ ਕਿ ਲੋਕਾਂ ਦੇ ਉੱਪਰ ਹਰਸਿਮਰਤ ਕੌਰ ਬਾਦਲ ਦਾ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੁੱਕੇ ਇਹਨਾਂ ਕਦਮਾਂ ਦਾ ਜਿਹੜਾ ਕੋਈ ਅਸਰ ਪੈਣ ਵਾਲਾ ਹੈ ਜਾਂ ਫਿਰ ਲੋਕੀ ਇਹਨਾਂ ਦੀਆਂ ਗੱਲਾਂ ਤੇ ਹੁਣ ਯਕੀਨ ਨਹੀਂ ਕਰਦੇ? ਸੁਖਵਿੰਦਰ ਜੀ, ਯਕੀਨ ਲੋਕਾਂ ਨੇ ਇਹਨਾਂ ਦੀਆਂ ਗੱਲਾਂ ਦੇ ਉੱਤੇ ਪਿਛਲੇ 10 ਸਾਲ ਕੀਤਾ। ਆਪਾਂ ਨੂੰ ਵੀ ਪਤਾ ਹੈ ਕਿ 7 ਤੋਂ ਲੈ ਕੇ 17 ਤੱਕ
ਅਕਾਲੀ ਦਲ ਬਾਦਲ ਔਰ ਬੀਜੇਪੀ ਦੀ ਸਰਕਾਰ ਰਹੀ। ਉਹ ਸਰਕਾਰ ਇਸ ਲਈ ਰਹੀ ਕਿਉਂਕਿ ਲੋਕਾਂ ਨੂੰ ਯਕੀਨ ਸੀਗਾ ਕਿ ਜਿਹੜਾ ਕੁਝ ਮਾੜਾ ਮੋਟਾ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਕਿਤੇ ਨਾ ਕਿਤੇ ਹੱਲ ਹੋਏਗਾ। ਪਰ ਕੀ ਹੋਇਆ ਕਿ ਹੱਲ ਹੋਣ ਦੀ ਬਜਾਏ ਸਮੱਸਿਆਵਾਂ ਹੋਰ ਉਲਝਦੀਆਂ ਗਈਆਂ ਔਰ ਹਾਲਾਤ ਇੱਥੋਂ ਤੱਕ ਚੇਂਜ ਹੋ ਗਏ ਕਿ ਜਦੋਂ ਸੈਂਟਰ ਦੇ ਵਿੱਚ ਬੀਜੇਪੀ ਔਰ ਅਕਾਲੀ ਦਲ ਦੀ ਜਿਹੜੀ ਭਾਈਵਾਲੀ ਵਾਲੀ ਸਰਕਾਰ ਸੀਗੀ ਤਾਂ ਉਹਦੇ ਵਿੱਚ ਜਿਵੇਂ ਤੁਸੀਂ ਵੀ ਇਹ ਗੱਲ ਕਹਿ ਰਹੇ ਹੋ ਕਿ ਜਦੋਂ ਉਹ ਕਾਲੇ ਕਾਨੂੰਨ ਲਾਗੂ ਕੀਤੇ ਗਏ ਤਾਂ ਉਹਨਾਂ ਨੂੰ ਬਕਾਇਦਾ ਤੌਰ ਤੇ ਸਾਈਨ ਕਰਨ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਸੀਗਾ, ਉਹਨਾਂ ਨੂੰ ਲਾਗੂ ਕਰਾਉਣ ਦੇ ਵਿੱਚ ਵੱਡਾ ਰੋਲ ਰਿਹਾ। ਕੱਲਾ ਲਾਗੂ ਨਹੀਂ ਹੋਏ, ਲਾਗੂ ਹੋਣ ਤੋਂ ਬਾਅਦ ਲਗਭਗ 2-2.5 ਮਹੀਨੇ ਚਾਹੇ ਬੀਬੀ ਹਰਸਿਮਰਤ ਬਾਦਲ ਹੋਣ, ਚਾਹੇ ਸੁਖਬੀਰ ਬਾਦਲ ਹੋਣ, ਚਾਹੇ ਇੱਥੋਂ ਤੱਕ ਕਿ ਵੱਡੇ ਬਾਦਲ ਸਾਹਿਬ ਹੋਣ, ਉਹਨਾਂ ਨੇ ਇਹੀ ਕਿਹਾ ਕਿ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਤਾਂ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਨੇ, ਬਹੁਤ ਫਾਇਦੇਮੰਦ ਨੇ। ਤੁਸੀਂ ਤਾਂ ਐਵੇਂ ਜਾਣ ਬੁੱਝ ਕੇ ਜਿਹੜਾ ਨੇ ਇਦਾਂ ਦੇ ਸੰਘਰਸ਼ ਕਰ ਰਹੇ ਹੋ, ਤੁਹਾਨੂੰ ਸੰਘਰਸ਼ ਨਹੀਂ ਕਰਨਾ ਚਾਹੀਦਾ। ਕਦੇ ਉਹਨਾਂ ਨੇ ਕਿਹਾ ਕਿ ਇਹ ਤਾਂ ਨਕਸਲਾਈਟ ਸੰਘਰਸ਼ ਕਰ ਰਹੇ ਨੇ, ਕਦੇ ਉਹਨਾਂ ਨੇ ਕਿਹਾ ਕਿ ਇਹ ਤਾਂ ਖਾਲਿਸਤਾਨੀ ਸੰਘਰਸ਼ ਕਰ ਰਹੇ ਨੇ, ਕਦੇ ਉਹਨਾਂ ਨੇ ਕਿਹਾ ਕਿ ਇਹ ਤਾਂ ਕਾਂਗਰਸ ਸੰਘਰਸ਼ ਕਰਾ ਰਹੀ ਹੈ, ਇਹਦੇ ਪਿੱਛੇ ਕਾਂਗਰਸ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਅਕਾਲੀ ਦਲ ਨੂੰ ਕਿ ਲੋਕ ਜਿਹੜੇ ਨੇ ਬਿਲਕੁਲ ਸੱਚੇ ਮਨੋਂ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਨੇ, ਕਿਸਾਨ ਸੱਚੇ ਦਿਲੋਂ ਬਹੁਤ ਵੱਡੀ ਪੱਧਰ ਤੇ ਇਸ ਸੰਘਰਸ਼ ਦੇ ਨਾਲ ਜੁੜ ਚੁੱਕੇ ਨੇ, ਤਾਂ ਉਹਨਾਂ ਨੂੰ ਕਿਤੇ ਜਾ ਕੇ ਨੀਂਦ ਉਹਨਾਂ ਦੀ ਖੁੱਲੀ ਔਰ ਉਹਨਾਂ ਨੇ ਆਪਣਾ ਪੈਂਤੜਾ ਬਦਲਿਆ ਔਰ 26 ਸਾਲ ਦਾ ਜਿਹੜਾ ਗੱਠਜੋੜ ਸੀਗਾ ਬੀਜੇਪੀ ਦੇ ਨਾਲ, ਉਹ ਗੱਠਜੋੜ ਨੂੰ ਤੋੜਿਆ ਗਿਆ ਜਾਣਬੁੱਝ ਕੇ। ਔਰ ਅੱਜ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਕਿ ਅਸੀਂ ਇਹਨਾਂ ਕਾਲੇ ਕਾਨੂੰਨਾਂ ਦੇ ਵਿਰੁੱਧ ਆ, ਇਹ ਲੋਕ ਸਾਰਾ ਜਾਣਦੇ ਨੇ। ਲੋਕਾਂ ਨੂੰ ਪਤਾ ਹੈ ਕਿ ਕਿਵੇਂ ਉੱਤੋਂ ਸਿਰਫ ਕਿਉਂਕਿ ਹੁਣ ਵੋਟਾਂ ਦਿਖਾਈ ਦੇ ਰਹੀਆਂ ਨੇ, 22 ਦੇ ਵਿੱਚ ਚੋਣਾਂ ਨੇ, ਬਹੁਤ ਨੇੜੇ ਰਹਿ ਗਏ, ਬਹੁਤ ਥੋੜੇ ਦਿਨ ਰਹਿ ਗਏ ਚੋਣਾਂ ਦੇ ਵਿੱਚ। ਉਹਨਾਂ ਚੋਣਾਂ ਨੂੰ ਭਖਾਉਣ ਦੇ ਲਈ, ਉਹਨਾਂ ਤੋਂ ਵੋਟਾਂ ਲੈਣ ਦੇ ਲਈ ਕਿਸਾਨਾਂ ਤੋਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਅਕਾਲੀ ਦਲ ਦਾ ਜਿਹੜਾ ਵੱਡਾ ਵੋਟ ਬੈਂਕ ਹੈ ਉਹ ਕਿਸਾਨ ਨੇ। ਸੋ ਕਿਸਾਨਾਂ ਨੂੰ ਉਹ ਨਾਲ ਹਰ ਹਾਲਤ ਦੇ ਵਿੱਚ ਲਾਉਣਾ ਚਾਹੁੰਦੀ ਹੈ। ਪਰ ਇਸ ਵੇਲੇ ਪੰਜਾਬ ਦਾ ਕਿਸਾਨ, ਮੈਨੂੰ ਲੱਗਦਾ ਹੈ ਕਿ ਜਿਸ ਕਿਸਾਨ ਨੇ ਪੂਰੀ ਦੁਨੀਆ ਨੂੰ ਸ਼ੀਸ਼ਾ ਦਿਖਾਇਆ ਹੈ, ਜਿਸ ਕਿਸਾਨ ਨੇ ਲੀਡ ਲਈ ਹੈ ਪੂਰੀ ਦੁਨੀਆ ਦੇ ਵਿੱਚ, ਔਰ ਜਿਹੜਾ ਕਿਸਾਨ ਇਹ ਕਹਿ ਸਕਦਾ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੱਤਾ ਪਲਟ ਦੇਣੀ ਹੈ, ਉਸ ਕਿਸਾਨ ਤੋਂ ਹੁਣ ਵੋਟਾਂ ਦੀ ਆਸ ਨਾ ਕਰਨ। ਔਰ ਹੁਣ ਪੰਜਾਬ ਦਾ ਕਿਸਾਨ ਚੇਤੰਨ ਹੈ ਔਰ ਹੁਣ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਇਹਨਾਂ ਦੇ ਲਾਰਿਆਂ ਦੇ ਵਿੱਚ, ਇਹਨਾਂ ਦੇ ਜਿਹੜੇ ਜਿੰਨੇ ਵੀ ਲਾਰੇ ਨੇ ਚਾਹੇ ਵਾਅਦੇ ਨੇ, ਉਹਨਾਂ ਦੇ ਵਿੱਚ ਉਹ ਨਹੀਂ ਫਸੇਗਾ। ਸੋ ਨਾ ਕਾਂਗਰਸ, ਨਾ ਅਕਾਲੀ ਦਲ, ਨਾ ਬੀਜੇਪੀ, ਆਪਾਂ ਦੇਖ ਰਹੇ ਹਾਂ ਕਿ ਕਿਵੇਂ ਆਮ ਲੋਕ ਪਿੰਡਾਂ ਦੇ ਵਿੱਚ ਇਹਨਾਂ ਸਾਰੇ ਲੀਡਰਾਂ ਦਾ ਵਿਰੋਧ ਕਰ ਰਹੇ ਨੇ। ਸੋ ਉੱਥੋਂ ਸਾਨੂੰ ਸਿੱਖਣ ਦੀ ਲੋੜ ਹੈ ਕਿ ਪੰਜਾਬ ਦਾ ਜਿਹੜਾ ਇਸ ਵੇਲੇ ਕਿਸਾਨ ਹੈ ਉਹ ਇਹਨਾਂ ਦੇ ਸ਼ਤਰੰਜ ਦੀਆਂ ਚਾਲਾਂ ਦੇ ਵਿੱਚ ਇਸ ਵੇਲੇ ਨਹੀਂ ਫਸੇਗਾ। ਚਾਹੇ ਕੋਸ਼ਿਸ਼ ਉਹ ਜ਼ਰੂਰ ਕਰ ਰਹੇ ਨੇ, ਮੈਂ ਨਹੀਂ ਕਹਿੰਦਾ ਕਿ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਇੱਕ ਪਾਸੇ ਜਿਵੇਂ ਕਿਸਾਨਾਂ ਨੇ ਵਿਪ ਜਾਰੀ ਕੀਤੀ ਹੈ, ਉਸ ਵਿਪ ਨੂੰ ਜਿਹੜਾ ਹੈਗਾ ਅੱਗੇ ਲਿਆਉਣ ਦੇ ਲਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੇਕਰ ਉਹ ਰਾਸ਼ਟਰਪਤੀ ਨੂੰ ਮਿਲਦੇ ਆ ਜਾਂ ਕਿਸੇ ਹੋਰ ਵੱਡੇ ਲੀਡਰ ਨੂੰ ਮਿਲਦੇ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਲੋਕ ਜਾਂ ਕਿਸਾਨ ਉਹਨਾਂ ਨੂੰ ਵੋਟਾਂ ਪਾ ਦੇਣਗੇ। ਇਹ ਕੋਈ ਜ਼ਰੂਰੀ ਨਹੀਂ ਹੈ। ਪਰ ਕਿਉਂਕਿ ਚਲੋ ਉਹਨਾਂ ਨੇ ਵਿਪ ਜਾਰੀ ਕੀਤੀ ਹੈ, ਉਸ ਵਿਪ ਦੇ ਮੱਦੇਨਜ਼ਰ ਜਿਹੜਾ ਹੈਗਾ ਕੋਸ਼ਿਸ਼ ਜ਼ਰੂਰ ਕਰ ਰਹੇ ਨੇ। ਪਰ ਉਹਨਾਂ ਦੀਆਂ ਚਾਲਾਂ ਜਿਹੜੀਆਂ ਨੇ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕੀਆਂ ਨੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਚਾਹੇ ਬੀਬੀ ਸਮਰਿਤ ਬਾਦਲ ਨੇ, ਚਾਹੇ ਸੁਖਬੀਰ ਬਾਦਲ ਨੇ, ਉਹ ਚਾਹੇ ਕੋਈ ਹੋਰ ਨੇ, ਚਾਹੇ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਵੀ ਇਸ ਕਿਸਮ ਦੇ ਜਿਹੜੇ ਹੈਗੇ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਔਰ ਉਹ ਲੋਕਾਂ ਦੇ ਵਿੱਚ ਐਕਸਪੋਜ਼ ਹੋ ਰਹੇ ਨੇ, ਆਪਾਂ ਨੂੰ ਵੀ ਪਤਾ ਹੈ। ਪਰ ਜਿਹੜੇ ਵੀ ਲੋਕ ਸੱਚੇ ਦਿਲੋਂ ਇਹ ਕੰਮ ਕਰਨਗੇ, ਲੋਕ ਉਹਨਾਂ ਦੇ ਨਾਲ ਲੱਗਣਗੇ, ਨਾ ਕਿ ਜਿਹੜੀ ਹੈਗੀ ਆ ਪਹਿਲਾਂ ਕੁਝ ਹੋਰ ਬਾਅਦ ਚ ਕੁਝ ਹੋਰ, ਜਿਹੜੇ ਕਿ ਇਦਾਂ ਦੀ ਜਿਹੜੀ ਸਿਆਸਤ ਹੋਏਗੀ ਉਹਦੇ ਤੋਂ ਲੋਕ ਜਿਹੜੇ ਨੇ ਅੱਕ ਚੁੱਕੇ ਨੇ ਇਸ ਵੇਲੇ। ਸੁਖਵਿੰਦਰ ਜੀ, ਤਾਂ ਆਖਰੀ ਸਵਾਲ ਹੈ ਕਿ ਅਸਾਮ ਦੇ ਮੁੱਖ ਮੰਤਰੀ ਦੇ ਉੱਪਰ ਮਿਜ਼ੋਰਮ ਦੇ ਵਿੱਚ ਜਿਹੜਾ FIR ਦਰਜ ਕੀਤੀ ਗਈ ਹੈ, ਇਹ ਪੂਰਾ ਮਾਮਲਾ ਕੀ ਸੀ? ਸੁਖਵਿੰਦਰ ਜੀ ਦੇਖੋ, ਇਹ ਮਾਮਲਾ ਜਿਹੜਾ ਹੈਗਾ ਅੱਜ ਦਾ ਮਾਮਲਾ ਨਹੀਂ ਹੈ। ਪਹਿਲੀ ਗੱਲ ਤਾਂ ਇਹਨੂੰ ਸਮਝਣ ਦੀ ਲੋੜ ਹੈ। ਚਾਹੇ ਜਿਹੜੇ ਜਿੰਨੇ ਵੀ ਉਸ ਏਰੀਏ ਦੇ ਵਿੱਚ ਸਟੇਟਾਂ ਪੈਂਦੀਆਂ ਨੇ, ਵੱਖ-ਵੱਖ ਸਟੇਟਾਂ ਜਿਹੜੀਆਂ ਨੇ, ਉਹਦੇ ਵਿੱਚ ਜਿਹੜਾ ਹੱਦਬੰਦੀ ਦਾ ਮਸਲਾ ਹੈ ਉਹ ਅੰਗਰੇਜ਼ਾਂ ਦੇ ਰਾਜ ਦੇ ਵੇਲੇ ਤੋਂ ਚੱਲਿਆ ਆ ਰਿਹਾ ਹੈ। ਉਹ ਇਹ ਨਹੀਂ ਹੈ ਕਿ ਅੱਜ ਤੋਂ ਸ਼ੁਰੂ ਹੋ ਗਿਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਵੀ ਪਤਾ ਹੈ ਕਿ ਜਿਹੜੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਔਰ ਅਸਾਮ ਨੂੰ ਲੱਗਦਾ ਹੈ ਕਿ
ਸਾਡਾ ਮਿਜ਼ੋਰਮ ਨੇ ਇਲਾਕਾ ਦੱਬ ਰੱਖਿਆ ਹੈ ਔਰ ਮਿਜ਼ੋਰਮ ਵਾਲਿਆਂ ਨੂੰ ਇਹ ਲੱਗਦਾ ਹੈ ਕਿ ਅਸਾਮੀ ਜਿਹੜੇ ਲੋਕ ਨੇ ਉਹ ਸਾਡੇ ਉੱਤੇ ਇੱਧਰ ਕਬਜ਼ਾ ਕਰ ਰਹੇ ਨੇ। ਸੋ ਇੱਕ ਕਿਸਮ ਦੀ ਜਿਹੜੀ ਹੈਗੀ ਹੈ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਹੜੀ ਕੇਂਦਰ ਸਰਕਾਰ ਦੀ ਜਿਹੜੀ ਰਾਜਨੀਤੀ ਹੈ ਉਹ ਇਹਦੇ ਵਿੱਚ ਗਲਤ ਹੈ। ਉਹ ਕੀ ਚਾਹੁੰਦੀ ਹੈ ਕਿ ਡਿਵਾਈਡ ਐਂਡ ਰੂਲ, ਕਿ ਲੋਕਾਂ ਨੂੰ ਵੰਡ ਕੇ ਰੱਖੋ, ਪਾੜ ਕੇ ਰੱਖੋ, ਤਾਂ ਕਿ ਉਹਦੇ ਚੋਂ 24 ਦੇ ਵਿੱਚ ਚੋਣਾਂ ਦੇ ਵਿੱਚ ਜਿਹੜੀਆਂ 24 ਦੀਆਂ ਹੋਣਗੀਆਂ ਉਹਦੇ ਚ ਵੋਟਾਂ ਲੜਾ ਕੇ ਲੋਕਾਂ ਨੂੰ ਲਈਆਂ ਜਾ ਸਕਣ। ਸੋ ਅਸਾਮ ਦੇ ਵਿੱਚ ਕਿਉਂਕਿ ਬੀਜੇਪੀ ਸਰਕਾਰ ਹੈ ਔਰ ਬੀਜੇਪੀ ਸਰਕਾਰ ਆਪਾਂ ਨੂੰ ਪਤਾ ਹੈ ਕਿ ਕਿਵੇਂ ਲਗਭਗ ਹਰ ਜਗ੍ਹਾ ਤੇ ਜਿੱਥੇ ਉਹਦੀ ਸਰਕਾਰ ਹੁੰਦੀ ਹੈ ਉਹਨੇ ਧੱਕਾ ਕਰਨਾ ਹੀ ਕਰਨਾ, ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣਾ ਹੀ ਲੜਾਉਣਾ ਹੈ। ਸੋ ਅਮਿਤ ਸ਼ਾਹ ਜੀ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਬਿਠਾ ਕੇ, ਚਾਹੇ ਅਲੱਗ-ਅਲੱਗ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ, ਬਜਾਏ ਇੱਕ ਦੂਜੇ ਦੇ ਜਿਹੜੇ ਤੁਸੀਂ ਜਾ ਕੇ ਉੱਥੇ ਆਪਾਂ ਨੂੰ ਵੀ ਪਤਾ ਹੈ ਕਿ 6 ਉਹਨਾਂ ਦੇ ਅਸਾਮ ਦੇ ਆਮ ਜਿਹੜੇ ਸਿਪਾਹੀ ਸੀਗੇ ਉਹ ਮਾਰੇ ਗਏ ਸੀਗੇ ਪਿਛਲੇ ਦਿਨਾਂ ਦੇ ਵਿੱਚ। ਸੋ ਇਦਾਂ ਦੀਆਂ ਲੜਾਈਆਂ ਨਾ ਕਰਵਾਈਆਂ ਜਾਣ, ਇਦਾਂ ਦੀ ਜਿਹੜੀ ਹੈਗੀ ਹੈ ਜਿਹੜੀ ਹੱਦਬੰਦੀ ਜਿਹੜੀ ਹੈਗੀ ਹੈ ਉਹਦਾ ਨਿਪਟਾਰਾ ਕੀਤਾ ਜਾਵੇ, ਨਾ ਕਿ ਜਿਹੜੀ ਅੰਗਰੇਜ਼ਾਂ ਦੀ ਨੀਤੀ ਸੀਗੀ, ਜਿਵੇਂ ਅੰਗਰੇਜ਼ ਕਰਦੇ ਸੀਗੇ ਕਿ ਡਿਵਾਈਡ ਐਂਡ ਰੂਲ, ਕਿ ਲੋਕਾਂ ਨੂੰ ਪਾੜ ਕੇ ਰੱਖੋ ਔਰ ਰੂਲ ਕਰੋ। ਸੋ ਉਸੇ ਗੱਲ ਦੇ ਉੱਤੇ, ਉਸੇ ਪਾਲਿਸੀ ਦੇ ਉੱਤੇ ਬੀਜੇਪੀ ਚੱਲ ਰਹੀ ਹੈ। ਬੀਜੇਪੀ ਲੋਕਾਂ ਨੂੰ ਲੜਾਉਣਾ ਚਾਹੁੰਦੀ ਹੈ, ਉਸ ਇਲਾਕੇ ਦਿਆਂ ਨੂੰ, ਔਰ ਉਸ ਇਲਾਕੇ ਦੇ ਲੋਕਾਂ ਨੂੰ ਲੜਾ ਕੇ ਆਪਣੀ ਸੱਤਾ ਉੱਥੇ ਜਿਹੜੀ ਹੈਗੀ ਹੈ ਕਾਇਮ ਕਰਨਾ ਚਾਹੁੰਦੀ ਹੈ। ਕਿਉਂਕਿ ਅਗਲੇ ਦਿਨਾਂ ਦੇ ਵਿੱਚ ਫੇਰ ਆਪਾਂ ਨੂੰ ਵੀ ਪਤਾ ਹੈ ਕਿ ਮਨੀਪੁਰ ਦੇ ਵਿੱਚ ਚੋਣਾਂ ਹੋਣੀਆਂ ਨੇ, ਗੋਆ ਦੇ ਵਿੱਚ ਚੋਣਾਂ ਹੋਣੀਆਂ ਨੇ। ਸੋ ਉਸ ਏਰੀਏ ਦੇ ਇਲਾਕੇ ਨੂੰ ਲੜਾ ਕੇ ਆਪਸ ਦੇ ਵਿੱਚ ਜਿਹੜਾ ਹੈਗਾ ਆਪਣੀਆਂ ਵੋਟਾਂ ਪੱਕੀਆਂ ਕਰਨਾ ਚਾਹੁੰਦੀ ਹੈ। ਪਰ ਸਰਕਾਰ ਦੀ ਡਿਊਟੀ ਬਣਦੀ ਹੈ, ਗ੍ਰਹਿ ਮੰਤਰਾਲੇ ਦੀ ਡਿਊਟੀ ਬਣਦੀ ਹੈ ਕਿ ਜਿਹੜੇ ਵੀ ਹੱਦਾਂ ਦੇ ਨਾਲ ਲੱਗਦੇ ਝਗੜੇ ਨੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਨੇ, ਉਹਨਾਂ ਨੂੰ ਜਿਹੜਾ ਹੈਗਾ ਬੈਠ ਕੇ ਟੇਬਲ ਟਾਕ ਜਿਹੜੀ ਹੈਗੀ ਕਰਵਾਈ ਜਾਏ, ਨਾ ਕਿ ਇੱਕ ਦੂਜੇ ਦੇ ਮੁੱਖ ਮੰਤਰੀ ਦੇ ਉੱਤੇ ਜਿਹੜਾ ਹੈਗਾ FIR ਕਰਾ ਕੇ ਉਹ ਆਪਸ ਦੇ ਵਿੱਚ ਲੋਕਾਂ ਨੂੰ ਲੜਾਇਆ ਜਾਵੇ ਔਰ ਇਦਾਂ ਦੀ ਮਾਰਾਮਾਰੀ ਜਿਹੜੀ ਹੈਗੀ ਕੀਤੀ ਜਾਵੇ। ਇਹਦੇ ਨਾਲ ਕੀ ਹੋਏਗਾ ਕਿ ਇਹਦੇ ਨਾਲ ਗ੍ਰਹਿ ਮੰਤਰਾਲਾ ਜਿਹੜਾ ਹੈਗਾ ਉਹਨਾਂ ਦਾ ਕੱਦ ਬਹੁਤ ਛੋਟਾ ਹੁੰਦਾ ਹੈ। ਸੋ ਉਹਨਾਂ ਦੀ ਜਿਹੜੀ ਹੈਗੀ ਹੈ ਸਿਆਣਪ ਇਸੇ ਗੱਲ ਦੇ ਵਿੱਚ ਹੈ ਗ੍ਰਹਿ ਮੰਤਰਾਲੇ ਦੀ, ਕਿ ਸਾਰੇ ਮੁੱਖ ਮੰਤਰੀਆਂ ਨੂੰ ਬਿਠਾ ਕੇ ਜਿਹੜੇ ਵੀ ਝਗੜੇ ਚੱਲ ਰਹੇ ਨੇ ਹੱਦਬੰਦੀ ਦੇ, ਉਹਨਾਂ ਨੂੰ ਬਿਠਾਇਆ ਜਾਏ ਔਰ ਇਹ ਮਸਲੇ ਹੱਲ ਕੀਤੇ ਜਾਣ, ਤਾਂ ਜਿਹੜਾ ਹੈਗਾ ਇਹ ਸੰਭਵ ਹੋ ਸਕੇਗਾ। ਜੇ ਵੋਟਾਂ ਦੀ ਰਾਜਨੀਤੀ ਹੋਏਗੀ ਤਾਂ ਇਹਦੇ ਨਾਲ ਕੀ ਹੋਏਗਾ ਕਿ ਇੱਕ ਦੂਜੇ ਦੇ ਜਿਹੜੇ ਆਮ ਲੋਕ ਨੇ ਉਹ ਭੜਕਣਗੇ ਔਰ ਇੱਕ ਦੂਜੇ ਦੇ ਉੱਤੇ, ਇੱਕ ਦੂਜੀ ਦੀ ਸਟੇਟ ਦੇ ਉੱਤੇ ਹਮਲਾ ਕਰਨਗੇ, ਤੇ ਇਹਦੇ ਨਾਲ ਕੀ ਹੋਏਗਾ ਕਿ ਆਪਸੀ ਖਾਨਾ ਜੰਗੀ ਜਿਹੜੀ ਹੈਗੀ ਹੈ ਉਹਦੀਆਂ ਸੰਭਾਵਨਾਵਾਂ ਵੱਧ ਸਕਦੀਆਂ ਨੇ। ਸੁਖਵਿੰਦਰ ਜੀ, ਸੰਦੋਖ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਅਹਿਮ ਮਸਲੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ ਨੇ। ਉਮੀਦ ਕਰਦੇ ਹਾਂ ਕਿ ਇਹਨਾਂ ਦੇ ਜਿਹੜੇ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਵੀ ਦਿਓ ਇਜਾਜ਼ਤ। ਧੰਨਵਾਦ।